ਕਾਂਡ ਚੌਥਾ। ਬਰਫ਼ ਦਾ ਤੂਫਾਨ ਸਮੁੰਦਰ ਲਈ ਇੱਕ ਅਸਹਿ ਦੁਰਘਟਨਾ ਹੈ। ਅੱਜ ਤੀਕ ਬੇਓੜਕ ਜਹਾਜ਼ ਇਸੇ ਬਰਫਾਨੀ ਤੂਫਾਨ ਦਾ ਫਲ ਰੂਪ ਸਮੁੰਦਰ ਦੀ ਭੇਂਟ ਹੋ ਚੁੱਕੇ ਹਨ। ਬੇੜੀ ਸਮੁੰਦਰ ਵਿੱਚ ਚੱਲ ਪਈ ਸੀ। ਇੱਕ ਰਾਤ ਦਾ ਸਮਾਂ, ਦੂਸਰਾ ਤੂਫਾਨ। ਇਹਨਾਂ ਦੋਹਾਂ ਮੁਸੀਬਤਾਂ ਦਾ ਉਸ ਬੇੜੀ ਦੇ ਮੁਸਾਫਰਾਂ ਨੇ ਨਿਰਾਸਤਾ ਭਰੀ ਦ੍ਰਿੜਤਾ ਨਾਲ ਟਾਕਰਾ ਕੀਤਾ। ਉਸ ਵਿੱਚ 2 ਮਲਾਹ, 1 ਕਪਤਾਨ ਤੇ 7 ਯਾਤਰੀ ਸਨ, ਜਿਨ੍ਹਾਂ ਵਿੱਚ 2 ਤੀਵੀਆਂ ਵੀ ਸਨ। ਕੰਢੇ ਤੋਂ ਦੂਰ ਖੁੱਲ੍ਹੇ ਸਮੁੰਦਰ ਵਿੱਚ ਆ ਜਾਣ ਕਰਕੇ ਉਹ ਹੁਣ ਲੁਕੇ ਨਹੀਂ ਸਨ ਰਹੇ। ਹੁਣ ਹਰ ਕੋਈ ਚਿਹਰਾ ਨੰਗਾ ਕਰਕੇ ਖੁੱਲ੍ਹੀ ਗੱਲ ਕਰਦਾ ਸੀ। ਉਹ ਲੋਕ ਉੱਡੇ ਜਾ ਰਹੇ ਸਨ, ਬਚ ਕੇ ਨਿਕਲੇ ਜਾ ਰਹੇ ਸਨ। ਉਹਨਾਂ ਵਿੱਚ ਪਸ਼ੂਆਂ ਵਰਗਾ ਉਤਸ਼ਾਹ ਤੇ ਤੇਜ਼ੀ ਸੀ। ਇੱਕ ਹੱਸਦਾ ਸੀ, ਦੂਜਾ ਗਾਉਂਦਾ ਸੀ। ਭਾਵੇਂ ਇਹ ਹਾਸਾ ਬੇਰਸ ਸੀ, ਪਰ ਸੀ ਸੁਤੰਤਰ। ਗਾਣਾ ਪੇਂਡੂ ਸੀ, ਜਿਸ ਦਾ ਵਿਸ਼ਾ ਕੁਝ ਵੀ ਨਹੀਂ ਸੀ। ਖੇਤ, ਝਾੜੀਆਂ ਵਿੱਚ ਦਿਸਣ ਵਾਲਾ ਘੋੜਾ, ਉਸ ਦਾ ਸਵਾਰ ਦੀ ਕਲਗੀ ਦਾ ਹਿੱਲਣਾ ਆਦਿ। ਯਾਤਰਾ ਸਮੇਂ ਹਰ ਕਿਸੇ ਨੂੰ ਆਪੋ ਆਪਣੀ ਮਨੋਬਿਰਤੀ ਅਨੁਸਾਰ ਸੰਤੋਖ ਜਾਂ ਉਦਾਸੀ ਮਹਿਸੂਸ ਹੁੰਦੀ ਹੈ। ਬੇੜੀ ਦੇ ਸਾਰੇ ਯਾਤਰੂ ਖੁਸ਼ ਸਨ, ਛੁੱਟ ਇੱਕ ਬੁੱਢੇ ਤੋਂ, ਜਿਸ ਦੇ ਸਿਰ ਤੇ ਹੈਟ ਸੀ। ਉਸ ਦਾ ਚਿਹਰਾ ਪੀਲਾ ਸੀ। ਚਿਹਰਾ ਹੀ ਮਨੁੱਖੀ ਹਿਰਦੇ ਦਾ ਪਰਛਾਵਾਂ ਹੁੰਦਾ ਹੈ। ਇਹ ਸੋਚਣਾ ਗਲਤ ਹੈ ਕਿ ਵਿਚਾਰ ਦਾ ਕੋਈ ਰੰਗ ਨਹੀਂ ਹੁੰਦਾ। ਉਸ ਚਿਹਰੇ ਉੱਤੇ ਕੁਝ ਨਿਰਾਸਤਾ ਦੀ ਝਲਕ ਸੀ ਕਿ ਉਸ ਨੂੰ ਆਉਣ ਵਾਲੀ ਬਿਪਤਾ ਦੀ ਕੁਝ ਸੰਭਾਵਨਾ ਹੋ ਰਹੀ ਸੀ, ਤੇ ਉਸ ਦਾ ਸਿੱਟਾ ਵੀ ਲੱਭ ਰਿਹਾ ਸੀ। ਉਸ ਦੇ ਚਿਹਰੇ ਦੀ ਡੂੰਘੀ ਸ਼ਾਂਤੀ ਵਿੱਚ 2 ਤਰ੍ਹਾਂ ਦੀ ਜੜਤ ਵਿਖਾਈ ਦਿੰਦੀ ਸੀ। ਇੱਕ ਤਾਂ ਹਿਰਦੇ ਦੀ ਜੜਤਾ, ਜਿਹੋ ਜਿਹੀ ਜਲਾਦ ਵਿੱਚ ਹੁੰਦੀ ਹੈ। ਦੂਸਰੀ ਮਨ ਦੀ ਜੜਤਾ, ਜਿਹੋ ਜਿਹੀ ਅਦਾਲਤ ਦੇ ਹਾਕਮ ਵਿੱਚ ਹੁੰਦੀ ਹੈ। ਬੁਢੇਪੇ ਕਾਰਨ ਉਸ ਦੇ ਸਰੀਰ ਵਿੱਚ ਫੁਰਤੀ ਨਹੀਂ ਸੀ ਰਹੀ। ਉਹ ਬੇੜੀ ਦੀ ਛੱਤ ਉੱਤੇ ਸਹਿਜੇ ਟਹਿਲ ਰਿਹਾ ਸੀ। ਉਹ ਕਿਸੇ ਵੱਲ ਨਹੀਂ ਸੀ ਵੇਖਦਾ। ਉਸ ਦੀਆਂ ਅੱਖਾਂ ਤੋਂ ਬਦਸ਼ਗਨੀ ਦੇ ਭਾਵ ਟਪਕਦੇ ਸਨ। ਉਸ ਦੀਆਂ ਪੁਤਲੀਆਂ ਵਿੱਚ ਹਨੇਰੇ ਦੀ ਸਹਿੰਦੀ ਹੋਈ ਤੇ ਅੰਤಃਕਰਨ ਦੀਆਂ ਪੀੜਾਂ ਨਾਲ ਪੀੜੀ ਹੋਈ ਆਤਮਾ ਦਾ ਅਡੋਲਵਾਂ ਪ੍ਰਕਾਸ਼ ਅਸਪਸ਼ਟ ਰੂਪ ਵਿੱਚ ਛਾਇਆ ਹੋਇਆ ਸੀ। ਸਮੇਂ-ਸਮੇਂ ਜਥੇ ਦਾ ਮੁਖੀਆ ਉਸ ਦੇ ਕੰਨ ਵਿੱਚ ਕੁਝ ਕਹਿ ਜਾਂਦਾ ਸੀ। ਬੁੱਢਾ ਸਿਰ ਹਿਲਾ ਕੇ ਉੱਤਰ ਦਿੰਦਾ ਸੀ। ਬੇੜੀ ਵਿੱਚ ਕੇਵਲ 2 ਹੀ ਆਦਮੀ ਵਿਚਾਰ ਮਗਨ ਸਨ। ਇੱਕ ਉਹੀ ਬੁੱਢਾ ਤੇ ਦੂਸਰਾ ਬੇੜੀ ਦਾ ਕਪਤਾਨ। ਕਪਤਾਨ ਦੀ ਨਜ਼ਰ ਸਮੁੰਦਰ ਵੱਲ ਸੀ ਤੇ ਬੁੱਢੇ ਦਾ ਧਿਆਨ ਆਕਾਸ਼ ਵੱਲ। ਦੋਵੇਂ ਆਪਣੇ ਆਪਣੇ ਦ੍ਰਿਸ਼ਟ ਨਿਸ਼ਾਨੇ ਤੋਂ ਨਜ਼ਰ ਨਹੀਂ ਸਨ ਉਠਾਉਂਦੇ। ਕਪਤਾਨ ਸਮੁੰਦਰ ਦੀ ਅਵਸਥਾ ਵੇਖ ਕੇ ਘਾਬਰ ਰਿਹਾ ਸੀ ਤੇ ਬੁੱਢਾ ਆਕਾਸ਼ ਨੂੰ ਸ਼ੱਕ ਦੀ ਨਜ਼ਰ ਨਾਲ ਤੱਕ ਰਿਹਾ ਸੀ। ਬੇੜੀ ਦਾ ਪੱਖਾ ਕਪਤਾਨ ਨੇ ਆਪਣੇ ਹੱਥ ਵਿੱਚ ਫੜਿਆ ਹੋਇਆ ਸੀ। ਉਸ ਦਾ ਕਿਸੇ ਹੋਰ ਉੱਤੇ ਵਿਸ਼ਵਾਸ ਨਹੀਂ ਸੀ। ਹਵਾ ਦਾ ਰੁਖ ਪਲ-ਪਲ ਬਦਲ ਰਿਹਾ ਸੀ। ਦਿਸ਼ਾ ਸੂਚਕ ਘੜੀ ਦੀ ਸੂਈ ਕੰਬ ਰਹੀ ਸੀ। ਕਪਤਾਨ ਬੜੀ ਸਾਵਧਾਨੀ ਤੇ ਦ੍ਰਿੜਤਾ ਨਾਲ ਬੇੜੀ ਚਲਾ ਰਿਹਾ ਸੀ। ਲਹਿਰਾਂ ਦਾ ਰਤਾ ਕੁ ਉਤਾਰ ਚੜਾਓ ਵੀ ਉਹਦੀ ਨਜ਼ਰ ਤੋਂ ਨਹੀਂ ਸੀ ਬਚਦਾ। ਬਾਕੀ ਦੇ ਯਾਤਰੀਆਂ ਨੂੰ ਕੋਈ ਚੜੀ ਲੱਥੀ ਦੀ ਨਹੀਂ ਸੀ। ਫਿਰ ਵੀ ਉਹਨਾਂ ਦਾ ਹਾਸਾ ਤੇ ਗਾਣਾ ਕੁਝ ਫਿੱਕਾ ਪੈਂਦਾ ਜਾ ਰਿਹਾ ਸੀ। ਦੂਰ ਆਕਾਸ਼ ਵਿੱਚ ਇੱਕ ਛੋਟੇ ਨੀਲੇ ਦਾਗ ਨੂੰ ਵੇਖਦਿਆਂ ਹੀ ਇੱਕ ਵਾਰਗੇ ਬੁੱਢੇ ਦੇ ਚਿਹਰੇ ਦਾ ਭਾਵ ਬਦਲ ਗਿਆ। ਅਚਾਨਕ ਉਸ ਦੇ ਮੂੰਹੋਂ ਨਿਕਲਿਆ, "ਚੰਗਾ, ਮੈਂ ਤਾਂ ਤਿਆਰ ਹਾਂ।" ਇੱਕ ਮਲਾਹ ਨੂੰ ਬੇੜੀ ਦਾ ਪੱਖਾ ਫੜਾ ਕੇ ਕਪਤਾਨ
ਬੁੱਢੇ ਦੇ ਕੋਲ ਆਇਆ ਤੇ ਅਦਬ ਨਾਲ ਖੜਾ ਹੋ ਗਿਆ। ਬੁੱਢੇ ਨੇ ਕਪਤਾਨ ਵੱਲ ਤੱਕ ਕੇ ਕਿਹਾ, ਕਪਤਾਨ ਵੇਖਦਾ ਹੈ ਉਹ ਕੀ ਹੈ ਆਕਾਸ਼ ਵਿੱਚ? ਹਾਂ ਡਾਕਟਰ ਸਾਹਿਬ, ਉਹ ਇੱਕ ਬੱਦਲ ਦਾ ਟੁਕੜਾ ਹੈ। ਨਹੀਂ ਕਪਤਾਨ, ਉਹ ਸਧਾਰਨ ਬੱਦਲ ਨਹੀਂ, ਤੂਫਾਨ ਦਾ ਸੁਨੇਹਾ ਹੈ, ਬਰਫ਼ ਦਾ ਤੂਫਾਨ। ਨਿਸ਼ਚੇ ਹੀ ਇਹ ਬਹੁਤ ਭਿਆਨਕ ਹੋਵੇਗਾ। ਜੀਵਨ ਦਾ ਅੰਤ ਨੇੜੇ ਸਮਝੋ। ਚੜ੍ਹਦੇ ਵੱਲ ਖਤਰਾ ਹੈ, ਬੇੜੀ ਲਹਿੰਦੇ ਵੱਲ ਚਲਾਓ। ਪਰ ਡਾਕਟਰ ਸਾਹਿਬ, ਹਵਾ ਸਾਹਮਣੇ ਦੀ ਹੋਣ ਕਰਕੇ ਮਸਤੂਲ ਟੁੱਟ ਜਾਣਗੇ। ਰਤਾ ਹਵਾ ਦਾ ਰੁਖ ਬਦਲਣ ਦਿਓ, ਬੇੜੀ ਦਾ ਰੁਖ ਵੀ ਬਦਲ ਦਿਆਂਗੇ। ਹਵਾ ਦਾ ਰੁਖ ਰਾਤ ਭਰ ਨਹੀਂ ਬਦਲਣਾ ਕਪਤਾਨ। ਤੂਫਾਨ 1200 ਮੀਲ ਲੰਮਾ ਹੈ, ਬੇੜੀ ਲਹਿੰਦੇ ਵੱਲ ਚਲਾਓ। ਕਪਤਾਨ ਨੂੰ ਮੰਨਣਾ ਪਿਆ। ਹੁਣ ਬੁੱਢੇ ਨੇ ਮੁੜ ਕੇ ਕਪਤਾਨ ਦੇ ਚਿਹਰੇ ਵੱਲ ਤੱਕਿਆ ਤੇ ਸਹਿਜੇ ਸਹਿਜੇ ਮਾਨੋ ਸ਼ਬਦਾਂ ਨੂੰ ਉਸਦੇ ਦਿਮਾਗ ਵਿੱਚ ਜਮਾਂਦਿਆਂ ਹੋਇਆ ਕਹਿਣ ਲੱਗਾ, ਜਾਓ ਛੇਤੀ ਕਰੋ। ਜੇ ਅੱਜ ਰਾਤੀ ਸਮੁੰਦਰ ਵਿੱਚ ਘੰਟੀ ਦੀ ਆਵਾਜ਼ ਸੁਣਾਈ ਦੇਵੇਗੀ ਤਾਂ ਬੇੜੀ ਡੁੱਬ ਜਾਏਗੀ। ਇਸ ਦਾ ਕੀ ਮਤਲਬ? ਬੁੱਢੇ ਨੇ ਉੱਤਰ ਨਾ ਦਿੱਤਾ। ਥੋੜ੍ਹੀ ਦੇਰ ਚੁੱਪ ਰਹਿਣ ਤੋਂ ਬਾਅਦ ਬੁੱਢਾ ਬੋਲਿਆ, ਸਮਾਂ ਆ ਗਿਆ ਹੈ ਜਦ ਪਾਪੀਆਂ ਨੂੰ ਪਾਪ ਦਾ ਪ੍ਰਾਸ਼ਚਿਤ ਕਰਨਾ ਹੋਵੇਗਾ। ਕਪਤਾਨ ਨੇ ਦੱਬੀ ਜ਼ਬਾਨ ਨਾਲ ਕਿਹਾ, ਇਹ ਕੁਝ ਪਾਗਲ ਵੀ ਹੈ। ਤਾਂ ਵੀ ਬੇੜੀ ਉਸਦੇ ਕਹੇ ਅਨੁਸਾਰ ਲਹਿੰਦੇ ਵੱਲ ਹੀ ਚੱਲਣ ਲੱਗੀ। ਹਵਾ ਤੇ ਸਮੁੰਦਰ ਪੈਰੋਂ ਪੈਰ ਵੱਧ ਰਹੇ ਸਨ। ਨੀਲੇ ਬੱਦਲ ਦਾ ਟੁਕੜਾ ਆਕਾਸ਼ ਦੇ ਕੋਨੇ-ਕੋਨੇ ਵਿੱਚ ਫੈਲ ਗਿਆ। ਪਰ ਘੰਟਾ ਬੀਤ ਗਿਆ। ਉਸ ਤੋਂ ਬਾਅਦ ਜਦ ਕਪਤਾਨ ਨੇ ਬੇੜੀ ਦੇ ਉਤਲੇ ਹਿੱਸੇ ਵਿੱਚ ਜਾ ਕੇ ਡਿੱਠਾ ਤਾਂ ਬੁੱਢਾ ਉੱਥੇ ਨਹੀਂ ਸੀ। ਕਪਤਾਨ ਤੋਂ ਛੁੱਟੀ ਪਾ ਕੇ ਉਹ ਕੋਠੜੀ ਦੇ ਅੰਦਰ ਚਲਾ ਗਿਆ ਸੀ। ਅੰਦਰ ਅੰਗੀਠੀ ਦੇ ਕੋਲ ਜਾ ਕੇ ਉਸਨੇ ਇੱਕ ਨੋਟਬੁੱਕ ਤੇ ਕਲਮ ਦਵਾਤ ਕੱਢੀ ਤੇ ਨੋਟਬੁੱਕ ਵਿੱਚੋਂ ਇੱਕ ਚਮੜੇ ਦਾ ਪਰਚਾ ਕੱਢ ਕੇ ਉਸ ਉੱਤੇ ਅੰਗੀਠੀ ਦੇ ਨਿੰਮੇ ਚਾਨਣ ਵਿੱਚ ਲਿਖਣ ਲੱਗਾ। ਲਹਿਰਾਂ ਦੀ ਹਲਚਲ ਕਰਕੇ ਲਿਖਣ ਦਾ ਕੰਮ ਉਹ ਬੜੇ ਔਖ ਨਾਲ ਕਰ ਰਿਹਾ ਸੀ। ਇਸ ਵੇਲੇ ਬੁੱਢੇ ਨੇ ਵੇਖਿਆ ਇੱਕ ਰਸੋਈਆ ਸ਼ਰਾਬ ਦੀ ਬੋਤਲ ਖੋਲ੍ਹ ਕੇ ਮੂੰਹ ਨੂੰ ਲਾਈ ਗਟਾ-ਗਟ ਪੀ ਰਿਹਾ ਸੀ। ਬੁੱਢੇ ਦਾ ਧਿਆਨ ਇਸ ਕਰਕੇ ਨਹੀਂ ਸੀ ਗਿਆ ਕਿ ਉਹ ਸ਼ਰਾਬ ਦੀ ਬੋਤਲ ਸੀ, ਸਗੋਂ ਇਸ ਕਰਕੇ ਕਿ ਇਸ ਬੋਤਲ ਉੱਤੇ ਕੁਝ ਲਿਖਿਆ ਹੋਇਆ ਸੀ। ਉਸਨੇ ਧਿਆਨ ਨਾਲ ਪੜ੍ਹਿਆ, ਹਾਰਡਕਵਾਨਾ। ਉਸਨੇ ਰਸੋਈਏ ਤੋਂ ਪੁੱਛਿਆ, ਕੀ ਇਹ ਬੋਤਲ ਹਾਰਡਕਵਾਨਨ ਦੀ ਹੈ? ਹਾਂ, ਸਾਡੇ ਸਾਥੀ ਵਿਚਾਰੇ ਹਾਰਡਕਵਾਨਨ ਦੀ। ਉਹੀ ਹਾਰਡਕਵਾਨਨ ਫਲੈਂਡਰਸ ਵਾਲਾ? ਜੀ ਹਾਂ, ਉਹੀ ਜਿਹੜਾ ਅੱਜ ਕੱਲ੍ਹ ਚੈਥਮ ਦੀ ਕਾਲਕੋਠੀ ਵਿੱਚ ਕੈਦ ਹੈ। ਆਹੋ, ਉਸੇ ਦੀ ਬੋਤਲ ਹੈ। ਉਹ ਮੇਰਾ ਦੋਸਤ ਸੀ। ਮੈਂ ਉਸ ਦੀ ਯਾਦ ਦੇ ਤੌਰ 'ਤੇ ਇਸ ਬੋਤਲ ਨੂੰ ਆਪਣੇ ਪਾਸ ਰੱਖਦਾ ਹਾਂ। ਇਹ ਉਹੀ ਬੋਤਲ ਹੈ ਜਿਸ ਨੂੰ ਉਹ ਆਪਣੇ ਲੱਕ ਨਾਲ ਲਟਕਾਈ ਫਿਰਦਾ ਹੁੰਦਾ ਸੀ। ਡਾਕਟਰ ਨੇ ਫਿਰ ਕਲਮ ਚੁੱਕੀ ਤੇ ਪਰਚੇ ਉੱਤੇ ਸਾਵਧਾਨੀ ਨਾਲ ਲਿਖਣ ਲੱਗਾ। ਅੰਤ ਬੁਢੇਪੇ ਦੇ ਕਾਰਨ ਕੰਬਦੇ ਹੱਥਾਂ ਨਾਲ ਡੋਲਦੀ ਬੇੜੀ ਵਿੱਚ ਉਸਨੇ ਆਪਣਾ ਲੇਖ ਸਮਾਪਤ ਕੀਤਾ। ਫਿਰ ਉੱਠ ਕੇ ਅੰਗੀਠੀ ਦੇ ਕੋਲ ਗਿਆ ਤੇ ਉਸ ਦੀ ਅੱਗ ਨਾਲ ਅੱਖਰਾਂ ਨੂੰ ਸੁਕਾਉਣ ਲੱਗਾ। ਫਿਰ ਉਸਨੇ ਪਰਚੇ ਨੂੰ ਠੱਪ ਕੇ ਉਸੇ ਤਰ੍ਹਾਂ ਨੋਟਬੁੱਕ ਵਿੱਚ ਰੱਖ ਲਿਆ ਤੇ ਕਲਮ ਦਵਾਤ ਜੇਬ ਵਿੱਚ ਪਾ ਕੇ ਮੁੜ ਛੱਤ ਤੇ ਚਲਾ ਗਿਆ। ਛੱਤ ਤੇ ਖੜਿਆਂ ਬੁੱਢੇ ਡਾਕਟਰ ਨੇ ਹਾਲਤ ਦਾ ਅਨੁਮਾਨ ਲਾਇਆ। ਉਸ ਦੇ ਦਿਲ ਵਿੱਚ ਹਨੇਰੇ ਤੇ ਧੁੰਦਲੇ ਜਿਹੇ ਵਿਚਾਰ ਉੱਠਣ ਲੱਗੇ। ਫਿਰ ਵੀ ਉਸ ਦੀ ਨਜ਼ਰ ਬਰਾਬਰ ਸਮੁੰਦਰ ਵੱਲ ਸੀ। ਸਾਰਾ ਸਮੁੰਦਰ ਭਿਆਨਕ ਆਵਾਜ਼ਾਂ ਵਿੱਚ ਹਾਹਾਕਾਰ ਕਰ ਰਿਹਾ ਸੀ। ਹਵਾ, ਭਾਫ ਤੇ ਲਹਿਰਾਂ ਦੀ ਜੰਗ ਜਾਰੀ ਸੀ। ਉਹਨਾਂ ਦੇ ਵਿੱਚ ਸਮੁੰਦਰ ਦੀ ਜੋ ਹਾਲਤ ਸੀ
ਉਸ ਦਾ ਵਰਣਨ ਨਹੀਂ ਹੋ ਸਕਦਾ ਸੀ। ਇੱਕ ਵਾਰਗੀ ਖੰਦਕਾਂ, ਟਿੱਲਿਆਂ ਤੇ ਪਿਘਲਣ ਵਾਲੇ ਤੂਫਾਨ ਦਾ ਵਰਣਨ ਕੌਣ ਕਰ ਸਕਦਾ ਹੈ। ਹੁਣ ਹਵਾ ਦੱਖਣ ਰੁੱਖ ਦੀ ਵਗਣ ਲੱਗੀ ਤਾਂ ਇਤਨੀ ਤੇਜ਼ ਕਿ ਕਪਤਾਨ ਨੇ ਸਾਰੇ ਪਾਲ ਤਾਣ ਦੇਣ ਦਾ ਹੁਕਮ ਦਿੱਤਾ। ਬੇੜੀ ਮਾਨੋ ਉੱਡਦੀ ਜਾ ਰਹੀ ਸੀ। ਰਾਤ ਇੱਕਦਮ ਭਿਅੰਕਰ ਹੋ ਗਈ। ਦੂਰ ਜਾਂ ਨੇੜੇ ਦਾ ਭਿੰਨ ਭੇਤ ਕੁਝ ਨਾ ਰਿਹਾ। ਆਕਾਸ਼ ਨੇ ਕਾਲੇ ਪਰਦੇ ਨਾਲ ਬੇੜੀ ਨੂੰ ਚੌਹਾਂ ਪਾਸਿਆਂ ਤੋਂ ਢੱਕ ਲਿਆ। ਬਰਫ਼ ਦਬਾ ਦਬ ਪੈਣ ਲੱਗੀ, ਪਹਿਲਾਂ ਰੂੰ ਦੇ ਤੁੰਬਿਆਂ ਵਰਗੀ, ਇਸ ਤੋਂ ਬਾਅਦ ਪੱਥਰ ਦੇ ਟੁਕੜਿਆਂ ਵਰਗੀ। ਦੂਰ ਤੋਂ ਵੱਧਦੀ ਚਲੀ ਆ ਰਹੀ ਗੜਗੜਾਹਟ ਕੰਨਾਂ ਦੇ ਪਰਦੇ ਪਾੜ ਰਹੀ ਸੀ।